गुड मॉर्निंग डियर स्टूडेंट्स। मैं कमलप्रीत कौर साइंस मिस्ट्रेस टीएमएस कमिटी ਤੁਹਾਡਾ ਸਕੂਲ ਦੇ ਚੈਨਲ ਤੇ ਸਵਾਗਤ ਕਰਦੀ ਹਾਂ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੀ 7ਵੀਂ ਜਮਾਤ ਦਾ ਲੈਸਨ ਨੰਬਰ 10 ਰੈਸਪੀਰੇਸ਼ਨ ਐਂਡ ਆਰਗੈਨਿਜ਼ਮਸ, ਜਿਹਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਜੀਵਾਂ ਵਿੱਚ ਸਾਹ ਕਿਰਿਆ, ਸਟਾਰਟ ਕਰਨ ਜਾ ਰਹੇ ਹਾਂ। ਚੈਪਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਆਪਣੇ ਡੇ ਰੂਟੀਨ ਦੇ ਵਿੱਚ ਹਰ ਦਿਨ ਬਹੁਤ ਸਾਰੇ ਕੰਮ ਕਰਦੇ ਹੋ, ਜਿਵੇਂ ਕਿ ਤੁਰਨਾ ਫਿਰਨਾ ਜਾਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਤੁਸੀਂ ਕਰਦੇ ਹੋ, ਕੋਈ ਵੀ ਕੰਮ ਕਰਦੇ ਹੋ, ਠੀਕ ਹੈ। ਸੌਣਾ ਈਵਨ ਉਹ ਵੀ ਉਹਦੇ 'ਚ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਆ ਜਾਂਦਾ ਹੈ, ਜਾਂ ਦੌੜਦੇ ਭੱਜਦੇ ਹੋ, ਖੇਡ ਕੁੱਦ ਕਰਦੇ ਹੋ, ਕੋਈ ਵੀ ਇੱਦਾਂ ਦਾ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ, ਉਹਦੇ ਲਈ ਤੁਹਾਨੂੰ ਐਨਰਜੀ ਚਾਹੀਦੀ ਹੁੰਦੀ ਹੈ, ਊਰਜਾ ਚਾਹੀਦੀ ਹੁੰਦੀ ਹੈ। ਕੀ ਤੁਸੀਂ ਕਦੇ ਸੋਚਿਆ ਵੀ ਉਹ ਊਰਜਾ ਸਾਨੂੰ ਕਿੱਥੋਂ ਮਿਲਦੀ ਹੈ? ਤਾਂ ਅੱਜ ਅਸੀਂ ਇਹ ਜਾਣਾਂਗੇ ਕਿ ਉਹ ਊਰਜਾ ਅਸਲ ਦੇ ਵਿੱਚ ਸਾਨੂੰ ਮਿਲਦੀ ਕਿੱਥੋਂ ਹੈ। ਪਿਆਰੇ ਬੱਚਿਓ, ਤੁਸੀਂ ਇਹ ਤਾਂ ਦੇਖਿਆ ਹੀ ਹੋਵੇਗਾ ਕਿ ਜਦੋਂ ਤੁਸੀਂ ਦੌੜ ਭੱਜ ਕਰਦੇ ਹੋ, ਕਈ ਵਾਰ ਤਾਂ ਤੁਹਾਡੇ ਜਿਹੜੀ ਸਾਹ ਦੀ ਰਫ਼ਤਾਰ ਹੈ, ਤੁਹਾਨੂੰ ਜਿਹੜਾ ਸਾਹ ਉਹ ਤੇਜ਼ੀ ਨਾਲ ਚੜ੍ਹ ਜਾਂਦਾ ਹੈ। ਜਿਵੇਂ ਤੁਸੀਂ ਅਗਰ ਭੱਜਦੇ ਹੋ ਤਾਂ ਤੁਹਾਨੂੰ ਸਾਹ ਚੜ੍ਹ ਜਾਂਦਾ ਹੈ, ਤੁਸੀਂ ਬਹੁਤ ਤੇਜ਼ ਸਾਹ ਲੈਂਦੇ ਹੋ। ਅਜਿਹਾ ਕਿਉਂ ਹੁੰਦਾ ਹੈ? ਤਾਂ ਆਓ ਅੱਜ ਆਪਾਂ ਜਾਣਦੇ ਹਾਂ ਇਸ ਚੀਜ਼ ਬਾਰੇ। ਸਭ ਤੋਂ ਪਹਿਲਾਂ ਦੇਖੋ, ਸਾਹ ਕਿਰਿਆ ਹੁੰਦੀ ਕੀ ਹੈ। ਸਾਹ ਕਿਰਿਆ, ਜਿਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ ਰੈਸਪੀਰੇਸ਼ਨ, ਸੈੱਲ ਅੰਦਰ ਹੋਣ ਵਾਲੀ ਉਹ ਕਿਰਿਆ ਜਿਸ ਦੌਰਾਨ ਊਰਜਾ ਪੈਦਾ ਹੁੰਦੀ ਹੈ। ਸਾਹ ਕਿਰਿਆ ਕੀ ਹੁੰਦੀ ਹੈ? ਸੈੱਲ ਅੰਦਰ ਹੋਣ ਵਾਲੀ ਉਹ ਕਿਰਿਆ ਜਿਸ ਦੌਰਾਨ ਊਰਜਾ ਪੈਦਾ ਹੁੰਦੀ ਹੈ। ਮੀਨਸ ਰੈਸਪੀਰੇਸ਼ਨ ਇੱਕ ਇੱਦਾਂ ਦੀ ਰਿਐਕਸ਼ਨ ਹੈ ਜੋ ਸਾਡੀ ਬਾਡੀ ਦੇ ਵਿੱਚ ਜਦੋਂ ਹੁੰਦੀ ਹੈ ਤਾਂ ਸਾਨੂੰ ਐਨਰਜੀ ਹੈ ਜਿਹੜੀ ਉਹ ਮਿਲ ਜਾਂਦੀ ਹੈ। ਤੇ ਜਦੋਂ ਇਹ ਕਿਰਿਆ ਸਾਡੀ ਬਾਡੀ 'ਚ ਹੁੰਦੀ ਹੈ ਤਾਂ ਕਿਵੇਂ ਹੁੰਦੀ ਹੈ? ਦੇਖੋ, ਸਾਹ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਇੱਕ ਆਕਸੀ ਸਾਹ ਕਿਰਿਆ, ਜਿਹਨੂੰ ਅਸੀਂ ਐਰੋਬਿਕ ਰੈਸਪੀਰੇਸ਼ਨ ਕਹਿੰਦੇ ਹਾਂ। ਇੱਕ ਅਣਆਕਸੀ ਸਾਹ ਕਿਰਿਆ, ਜਿਸ ਨੂੰ ਅਸੀਂ ਐਨਐਰੋਬਿਕ ਰੈਸਪੀਰੇਸ਼ਨ ਕਹਿੰਦੇ ਹਾਂ। ਆਕਸੀ ਸਾਹ ਕਿਰਿਆ ਉਹ ਸਾਹ ਕਿਰਿਆ ਜੋ ਹਵਾ ਦੀ ਮੌਜੂਦਗੀ ਵਿੱਚ ਹੁੰਦੀ ਹੈ। ਅਸੀਂ ਸਾਰੇ ਕਹਿੰਦੇ ਹਾਂ ਕਿ ਅਸੀਂ ਸਾਹ ਲੈਂਦੇ ਹਾਂ ਤਾਂ ਅਸੀਂ ਆਕਸੀਜਨ ਭਰਪੂਰ ਹਵਾ ਨੂੰ ਅੰਦਰ ਲੈ ਕੇ ਜਾਂਦੇ ਹਾਂ। ਜਦੋਂ ਅਸੀਂ ਸਾਹ ਲੈਂਦੇ ਹਾਂ, ਆਕਸੀਜਨ ਭਰਪੂਰ ਹਵਾ ਨੂੰ ਅੰਦਰ ਲੈ ਕੇ ਜਾਂਦੇ ਹਾਂ ਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਨੂੰ ਸਰੀਰ ਤੋਂ ਬਾਹਰ ਕੱਢਦੇ ਹਾਂ। ਤਾਂ ਜੋ ਆਕਸੀ ਸਾਹ ਕਿਰਿਆ ਹੁੰਦੀ ਹੈ, ਜੋ ਅਸੀਂ ਭੋਜਨ ਖਾਂਦੇ ਹਾਂ, ਭੋਜਨ ਜਿਹਨੂੰ ਗਲੂਕੋਜ਼, ਇਹ ਗਲੂਕੋਜ਼ ਦਾ ਸੂਤਰ ਹੈ। ਜੋ ਅਸੀਂ ਭੋਜਨ ਖਾਂਦੇ ਹਾਂ, ਜਦੋਂ ਉਹ ਭੋਜਨ ਜੋ ਸਾਹ ਲੈਣ ਦੌਰਾਨ ਅਸੀਂ ਆਕਸੀਜਨ ਅੰਦਰ ਲੈ ਕੇ ਗਏ ਸੀ, O2 ਆਕਸੀਜਨ ਦਾ ਸੂਤਰ ਹੈ। ਅੱਗੇ 6 ਨੂੰ ਬੈਲੈਂਸ ਕਰਨ ਲਈ ਲੱਗਿਆ ਹੈ ਆਕਸੀਜਨ। ਜਦੋਂ ਸਾਡਾ ਖਾਧਾ ਹੋਇਆ ਭੋਜਨ ਗਲੂਕੋਜ਼ ਯਾਨੀ ਕਿ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਟੁੱਟ ਜਾਂਦਾ ਹੈ, ਵਿਖੰਡਿਤ ਹੋ ਜਾਂਦਾ ਹੈ, ਬ੍ਰੇਕਡਾਊਨ ਹੁੰਦੀ ਹੈ ਗਲੂਕੋਜ਼ ਦੀ, ਤਾਂ ਕੀ ਬਣਦਾ ਹੈ? ਕਾਰਬਨ ਡਾਈਆਕਸਾਈਡ, ਜਿਹਨੂੰ ਅਸੀਂ CO2 ਨਾਲ ਦਿਖਾਇਆ। ਕਾਰਬਨ ਡਾਈਆਕਸਾਈਡ, H2O ਜਿਹਦਾ ਮਤਲਬ ਹੈ ਪਾਣੀ। H2O ਮਤਲਬ ਪਾਣੀ। तो इसका मतलब कि जो भोजन असी खाने ते जो ऑक्सीजन असी साह राही अंदर लेके जाने, जदों भोजन ते ऑक्सीजन, भोजन है जो ऑक्सीजन की प्रेजेंस दे विच टुटदा है तो कार्बन डाइऑक्साइड, पानी ते ऊर्जा जिहड़ी हैगी आ वो पैदा होती है। इस क्रिया नूं की आखदे है? आक्सी साह क्रिया। ऑक्सी साह क्रिया क्यों कहते हैं? क्योंकि यह साह क्रिया जो है वो ऑक्सीजन की मौजूदगी दे विच हुंदी है। इस दौरान ऊर्जा पैदा हुंदी है ते ऊर्जा काफ़ी मात्रा दे विच पैदा हुंदी है। जो कार्बन डाइऑक्साइड पैदा हुंदी है उसनूं असीं साह द्वारा बाहर कढ दिंदे हां। दूजी साडे कोल जो क्रिया है वो है अणआकसी साह क्रिया। अणआकसी साह क्रिया जिहनूं असीं एनएरोबिक रैसपीरेशन कहने हां। अणआकसी साह क्रिया का मतलब वो साह क्रिया जो ऑक्सीजन की गैर मौजूदगी में हुंदी है। देखो बच्चों, ग्लूकोज सेम फार्मूला ग्लूकोज का, इत्थे भी ग्लूकोज है।
ਆਖਰੀ ਸਾਹ ਕਿਰਿਆ ਦੌਰਾਨ ਗਲੂਕੋਜ਼ ਆਕਸੀਜਨ ਦੀ ਮੌਜੂਦਗੀ ਦੇ ਵਿੱਚ ਟੁੱਟਦਾ ਹੈ ਤੇ ਅਣਆਕਸੀ ਸਾਹ ਕਿਰਿਆ ਦੌਰਾਨ ਆਕਸੀਜਨ ਨਹੀਂ ਹੈ ਤਾਂ ਗਲੂਕੋਜ਼ ਕਾਹਦੇ ਵਿੱਚ ਬ੍ਰੇਕਡਾਊਨ ਹੋ ਰਿਹਾ ਹੈ C2H5OH, ਜਿਸ ਨੂੰ ਅਸੀਂ ਕਹਿੰਦੇ ਆ ਅਲਕੋਹਲ ਕਹਿੰਦੇ ਆ ਇਸ ਨੂੰ ਅਸੀਂ। ਅਲਕੋਹਲ ਦਾ ਫਾਰਮੂਲਾ ਹੈ प्लस कार्बन डाइऑक्साइड प्लस ऊर्जा, CO2 कार्बन डाइऑक्साइड प्लस ऊर्जा। ये अणआक्सी साह क्रिया जो है वो खमीर दे विच हुंदी है। खमीर एक सैली जीव है जिसनों इंग्लिश दे विच असीं यीस्ट आखदे हां, ठीक है। उन्हां दे विच भी हुंदी है, मनुख दे विच वैसे तां आक्सी साह क्रिया हुंदी है, पर तुसीं आम तौर पे ये चीज़ महसूस की होगी कि जिस दिन तुसीं बहुत ज़्यादा कोई भारी एक्सरसाइज करते हो या फिर बहुत ज़्यादा खेल कूद लैंदे हो तो जे तुहाडी बॉडी दे विच जकड़न महसूस हुंदी है, क्रैम्प्स जिन्हों आपां कह दिंदे आ कि तुहानूं थकावट महसूस हुंदी है, लत्तां बाहां दुखदियां ने। वो किस करके हुंदियां ने? क्योंकि जदों असीं कोई बहुत ज़्यादा हैवी एक्सरसाइज करते हैं या कोई भारी काम कर लैंदे आ तो साडियां जो मांसपेशियां ने उन्हां दे विच जो ग्लूकोज हुंदी है वो ऑक्सीजन की गैर मौजूदगी दे विच टुटदी है। कदों? जदों असीं कोई भारी एक्सरसाइज करते हैं उदों जो साडी बॉडी दे विच ग्लूकोज हुंदा है उस समय, क्योंकि साडी ऊर्जा की जरूरत बहुत ज़्यादा बढ़ जाती है तो असीं साह भी तेजी नाल लैंदे हां जदों कोई काम करते हैं, पर फिर भी वो साडी ऊर्जा की जरूरत पूरी नहीं हुंदी। इसलिए बॉडी दे विच कुछ ना कुछ ग्लूकोज जो हुंदा वो ऑक्सीजन की गैर मौजूदगी दे विच टुट जांदा है ते उस समय जदों ग्लूकोज ऑक्सीजन की गैर मौजूदगी दे विच टुटदा है उदों सानूं ऊर्जा तो मिलती है, पर उसके नाल लैक्टिक एसिड जो है वो पैदा हो जाता है। लैक्टिक एसिड नूं इंग्लिश भी लैक्टिक एसिड ही आखदे हैं। और ये लैक्टिक एसिड के कारण साडी बॉडी दे विच जकड़न है या अकड़न है वो सानूं महसूस होती है जदों ग्लूकोज ऑक्सीजन की गैर मौजूदगी दे विच साडीआं मांसपेशियां दे विच टुटदा है तां लैक्टिक एसिड के पैदा होने कारण। और ये ऊर्जा जो होंदी है ये लैक्टिक एसिड है, तां ही मतलब इस लैक्टिक एसिड करके जदों इकट्ठा हो जाता साडी बॉडी दे विच तां सानूं दर्द महसूस होंदी है। इसलिए या तो असीं मसाज कर सकते हैं या गर्म पानी दे नाल नहाउण दे नाल सानूं जो है इस तो राहत मिलती है। हाँ जी बच्चों, ये सी साह क्रिया बारे। रेस्पिरेशन जिन्हों असीं कहने हैं, साह क्रिया की हुंदी है? सैल अंदर होने वाली वो क्रिया जिस दौरान ऊर्जा पैदा होती है। यह दो तरह की होंदी है, आखसी साह क्रिया ते अणआखसी साह क्रिया। हुण असीं पढ़ांगे एक असीं कहने हैं भी साह लैना, कि साह लैना ते साह क्रिया इक्को ही गल्लां ने? बिल्कुल नहीं। जो साह क्रिया होंदी है वो क्रिया जिस दौरान ऊर्जा पैदा होती है, पर साह लैना जिन्होंने इंग्लिश असीं कहने हैं ब्रीदिंग। तो ब्रीदिंग की है? जदों तुसीं ऑक्सीजन भरपूर हवा नूं अंदर लैके जाते हो तो कार्बन डाइऑक्साइड भरपूर हवा नूं शरीर दे विचों बाहर करते हो। मीनस साह लैना की है? ऑक्सीजन नूं अंदर लैके जाना ते कार्बन डाइऑक्साइड नूं बाहर कढना। ऑक्सीजन नूं अंदर लैके जाना ते कार्बन डाइऑक्साइड नूं बाहर कढना। इहनूं असीं कहने भी असीं एक बारी साह लिया, ठीक है। साह लेना की है? ऑक्सीजन रिच एयर नूं इनहेल करना, इनहेल मतलब अंदर लेके जाना, और कार्बन डाइऑक्साइड रिच एयर नूं एक्सहेल करना, बाहर कढना। यह की है? साह लेना ते साह क्रिया दो अलग अलग चीज़ां ने। उस तो बाद देखो जदों असीं साह लैंदे आ तो एक ब्रीदिंग रेट हुंदा जिहनूं साह दर कहंदे आ। ब्रीदिंग रेट की हुंदा है कि असीं 1 मिनट विच किन्ने वारी साह लैंदे हां। तुसीं अपना ब्रीदिंग रेट काउंट करियो, अज टाइमर लगा के 1 मिनट नोट करियो भी 1 मिनट तुसीं किन्ने वारी साह लैंदे हो। एक साह कदों गिणना? एक बारी अंदर लैके जाना तो एक बारी बाहर छड्डना साह नूं। इहनूं असीं एक बारी साह गिणना, उस तो बाद तुसीं देखना कि तुहाडा साह दी दर किन्नी है। वैसे जो नॉर्मल ब्रीदिंग रेट हुंदा है वो किन्ना हुंदा है? 12 तो 20। मतलब कि तुहाडा जो साह दर है बिल्कुल जो तंदुरुस्त इंसान होंदे ने उन्हां दी जो साह दर हुंदी है
ਉਹ 12 ਤੋਂ 20 ਦੇ ਵਿਚਕਾਰ ਹੁੰਦੀ ਹੈ, ਵੀ ਘੱਟੋ ਘੱਟ 12 ਸਾਹ 1 ਮਿੰਟ ਦੇ ਵਿੱਚ ਜਾਂ ਵੱਧ ਤੋਂ ਵੱਧ 20 ਸਾਹ 1 ਮਿੰਟ ਦੇ ਵਿੱਚ ਹੁੰਦੇ ਨੇ। ਅੱਛਾ, ਇਹ ਵੀ ਤੁਹਾਨੂੰ ਪਤਾ ਹੈ ਕਿ ਸਾਰੇ ਦਿਨ 'ਚ ਤੁਹਾਡਾ ਸਾਹ ਜੋ ਸਾਹ ਦਰ ਹੈ ਉਹ ਸੇਮ ਨਹੀਂ ਰਹਿੰਦੀ। ਜਦੋਂ ਤੁਸੀਂ ਕੋਈ ਬਹੁਤ ਜ਼ਿਆਦਾ ਕੰਮ ਕਰਦੇ ਹੋ ਤਾਂ ਤੁਹਾਡਾ ਸਾਹ ਤੇਜ਼ ਹੋ ਜਾਂਦਾ ਹੈ। ਜਦੋਂ ਆਪਾਂ ਬਿਲਕੁਲ ਰੈਸਟ ਕਰ ਰਹੇ ਹੁੰਦੇ ਆ, ਆਰਾਮ ਕਰ ਰਹੇ ਹੁੰਦੇ ਆ, ਤਾਂ ਜਿਹੜੀ ਸਾਡੇ ਸਾਹ ਦੀ ਦਰ ਹੈ ਉਹ ਵੀ ਘਟ ਜਾਂਦੀ ਹੈ। ਇਸ ਦਾ ਮਤਲਬ ਜੋ ਸਾਡੀ ਸਾਹ ਦਰ ਹੈ ਉਹ ਹਰੇਕ ਹਾਲਾਤ ਦੇ ਵਿੱਚ ਸੇਮ ਨਹੀਂ ਹੁੰਦੀ। ਜਦੋਂ ਅਸੀਂ ਰੈਸਟ ਕਰਦੇ ਹਾਂ ਸਾਡੀ ਸਾਹ ਦਰ ਸਭ ਤੋਂ ਘੱਟ ਹੁੰਦੀ ਹੈ, ਤੇ ਜਦੋਂ ਅਸੀਂ ਕੋਈ ਬਹੁਤ ਜ਼ਿਆਦਾ ਭਾਰੀ ਕੰਮ ਕਰਦੇ ਹਾਂ ਜਾਂ ਦੌੜ ਭੱਜ ਕਰਦੇ ਹਾਂ ਉਦੋਂ ਸਾਡਾ ਸਾਹ ਦਰ ਜੋ ਹੁੰਦੀ ਹੈ ਉਹ ਵੱਧ ਜਾਂਦੀ ਹੈ। ਅੱਛਾ ਬੱਚਿਓ, ਇਹ ਦੱਸੋ ਕੁਝ ਕੁਐਸਚਨਸ ਨੇ ਉਹ ਕਿਵੇਂ ਨੇ, ਦੇਖੋ ਕਿ ਤੁਸੀਂ ਆਪਣਾ ਸਾਹ ਕਿੰਨੀ ਦੇਰ ਰੋਕ ਸਕਦੇ ਹੋ। ਅਸੀਂ ਆਪਣਾ ਸਾਹ ਕਿੰਨੀ ਦੇਰ ਲਈ ਹੋਲਡ ਕਰਕੇ ਰੱਖ ਸਕਦੇ ਹਾਂ। ਅਸੀਂ ਇਸ ਤਰ੍ਹਾਂ ਤੋਂ ਵੱਧ ਅਸੀਂ 35 ਸੈਕਿੰਡ ਤੱਕ ਨੋਰਮਲੀ ਆਪਣਾ ਸਾਹ ਰੋਕ ਸਕਦੇ ਹਾਂ। ਜੇ ਉਸ ਤੋਂ ਵੱਧ ਅਸੀਂ ਆਪਣਾ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਅਜਿਹਾ ਨਹੀਂ ਕਰ ਪਾਉਂਦੇ। ਪਰ ਅਸੀਂ ਅਜਿਹਾ ਕਿਉਂ ਨਹੀਂ ਕਰ ਪਾਉਂਦੇ? ਅਸੀਂ ਆਪਣਾ ਸਾਹ ਜ਼ਿਆਦਾ ਦੇਰ ਤੱਕ ਕਿਉਂ ਨਹੀਂ ਰੋਕ ਸਕਦੇ? ਦੇਖੋ ਬੱਚਿਓ, ਸਾਹ ਲੈਣਾ ਕੀ ਹੁੰਦਾ ਹੈ ਕਿ ਜਦੋਂ ਅਸੀਂ ਆਕਸੀਜਨ ਵਾਲੀ ਏਅਰ ਨੂੰ ਅੰਦਰ ਲੈ ਕੇ ਜਾਂਦੇ ਹਾਂ ਔਰ ਕਾਰਬਨ ਡਾਈਆਕਸਾਈਡ ਵਾਲੀ ਏਅਰ ਨੂੰ ਬਾਹਰ ਕੱਢਦੇ ਹਾਂ। ਜੇ ਅਸੀਂ ਆਪਣਾ ਸਾਹ ਰੋਕ ਲੈਂਦੇ ਹਾਂ, ਇਸ ਦਾ ਮਤਲਬ ਅਸੀਂ ਆਕਸੀਜਨ ਨੂੰ ਅੰਦਰ ਨਹੀਂ ਲੈ ਕੇ ਜਾ ਰਹੇ ਤੇ ਕਾਰਬਨ ਡਾਈਆਕਸਾਈਡ ਨੂੰ ਵੀ ਸਾਡੀ ਬਾਡੀ ਤੋਂ ਅਸੀਂ ਬਾਹਰ ਨਹੀਂ ਕੱਢ ਰਹੇ, ਤਾਂ ਕਾਰਬਨ ਡਾਈਆਕਸਾਈਡ ਸਾਡੀ ਬਾਡੀ ਦੇ ਅੰਦਰ ਕਮੂਲੇਟ ਹੋ ਜੂਗੀ, ਇਕੱਠੀ ਹੋ ਜੂਗੀ, ਤੇ ਉਹ ਕਾਰਬਨ ਡਾਈਆਕਸਾਈਡ ਸਾਡੇ ਲਈ ਘਾਤਕ ਹੈ, ਸਾਡੇ ਲਈ ਡੈਡਲੀ ਹੈ। ਇਸ ਲਈ ਅਸੀਂ ਉਸ ਚੀਜ਼ ਨੂੰ ਆਪਣੀ ਬਾਡੀ ਦੇ ਅੰਦਰ ਇਕੱਠਾ ਨਹੀਂ ਕਰ ਸਕਦੇ। ਇਸ ਲਈ ਜ਼ਿਆਦਾ ਦੇਰ ਅਸੀਂ ਆਪਣਾ ਸਾਹ ਵੀ ਰੋਕ ਕੇ ਨਹੀਂ ਰੱਖ ਸਕਦੇ। ਤੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਸਾਹ ਲੈਣੇ ਕਿਵੇਂ ਆ, ਕਿਹੜੇ ਆਰਗਨ ਨੂੰ ਅਸੀਂ ਯੂਜ਼ ਕਰਦੇ ਹਾਂ ਸਾਹ ਲੈਣ ਦੇ ਲਈ? ਨੋਜ਼, ਨੱਕ ਦੇ ਰਾਹੀਂ ਅਸੀਂ ਹਵਾ ਅੰਦਰ ਲੈ ਕੇ ਜਾਂਦੇ ਹਾਂ। ਪਰ ਸਾਡਾ ਜੋ ਆਰਗਨ ਹੈ ਜਿਸ ਦੇ ਵਿੱਚ ਇਹ ਸਾਰੀਆਂ ਕਿਰਿਆਵਾਂ ਹੁੰਦੀਆਂ ਮਨੁੱਖੀ ਸਾਹ ਪ੍ਰਣਾਲੀ, ਉਹ ਹੈ ਕਿ ਇਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਸਾਡੇ ਲੰਗਸ। ਤੋਂ ਉਹ ਕਿਵੇਂ ਅਸੀਂ ਸਾਹ ਲੈਂਦੇ ਹਾਂ? ਦੇਖੋ, ਇੱਕ ਕਿਰਿਆ ਦੇ ਦੌਰਾਨ ਤੁਸੀਂ ਇਸ ਨੂੰ ਸਮਝੋ। ਤੁਸੀਂ ਇਸ ਚੀਜ਼ ਦੇ ਵਿੱਚ ਇਹ ਦੇਖਣਾ ਹੈ ਕਿ ਇਹ ਸਾਡੀ ਸਾਹ ਨਲੀ ਵਾਲੀ ਪਾਈਪ ਹੈ, ਠੀਕ ਹੈ। ਤੋਂ ਉਸ ਤੋਂ ਬਾਅਦ ਤੁਸੀਂ ਪਹਿਲਾਂ ਇਸ ਕਿਰਿਆ ਨੂੰ ਧਿਆਨ ਨਾਲ ਦੇਖੋ ਅਤੇ ਸਮਝੋ। ਪਿਆਰੇ ਬੱਚਿਓ, ਤੁਸੀਂ ਦੇਖਿਆ ਕਿ ਇਸ ਸ਼ੀਟ ਨੂੰ, ਇਸ ਪਲਾਸਟਿਕ ਦੀ ਸ਼ੀਟ ਨੂੰ ਉੱਪਰ ਵੱਲ ਲੈ ਕੇ ਜਾਣ ਤੇ ਜੋ ਗੁਬਾਰੇ ਨੇ ਉਹਨਾਂ ਦੇ ਆਕਾਰ ਦੇ ਵਿੱਚ ਕੁਝ ਪਰਿਵਰਤਨ ਆ ਰਿਹਾ, ਤੇ ਜਦੋਂ ਉਸ ਨੂੰ ਹੇਠਾਂ ਵੱਲ ਖਿੱਚਿਆ ਜਾ ਰਿਹਾ ਉਸ ਸਮੇਂ ਵੀ ਉਹਨਾਂ ਦੇ ਆਕਾਰ ਦੇ ਵਿੱਚ ਕੁਝ ਪਰਿਵਰਤਨ ਆ ਰਿਹਾ। ਜੋ ਇਹ ਪਲਾਸਟਿਕ ਦੀ ਸ਼ੀਟ ਹੈ ਇਹ ਪੇਟ ਪਰਦੇ ਦਾ ਕੰਮ ਕਰਦੀ ਹੈ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਡਾਇਆਫ੍ਰਮ ਕਹਿੰਦੇ ਹਾਂ। ਜੋ ਇਹ ਗੁਬਾਰੇ ਨੇ, ਬੈਲੂਨਸ ਨੇ, ਇਹ ਸਾਡੇ ਲੰਗਸ ਦਾ ਕੰਮ ਕਰਦੇ ਨੇ। ਇਹ ਲੰਗਸ ਯਾਨੀ ਕਿ ਫੇਫੜਿਆਂ ਦਾ। ਤਾਂ ਜਦੋਂ ਪੇਟ ਪਰਦੇ ਨੂੰ ਯਾਨੀ ਕਿ ਡਾਇਆਫ੍ਰਮ ਨੂੰ ਨੀਚੇ ਵੱਲ ਖਿੱਚਿਆ ਜਾਂਦਾ ਹੈ ਤਾਂ ਜੋ ਗੁਬਾਰਿਆਂ ਦੇ ਵਿੱਚ ਹਵਾ ਹੈ ਉਹ ਭਰ ਜਾਂਦੀ ਹੈ। ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਪੇਟ ਪਰਦਾ ਹੇਠਾਂ ਵੱਲ ਨੂੰ ਆਉਂਦਾ ਹੈ ਤੇ ਪਸਲੀਆਂ ਬਾਹਰ ਵੱਲ ਨੂੰ ਜਾਂਦੀਆਂ ਨੇ, ਤਾਂ ਜੋ ਲੰਗਸ ਨੇ ਉਹਨਾਂ ਦੇ ਵਿੱਚ ਜਗ੍ਹਾ ਵੱਧ ਜਾਂਦੀ ਹੈ ਤੇ ਅਸੀਂ ਜਦੋਂ ਸਾਹ ਰਾਹੀਂ ਹਵਾ ਹੈ ਉਹਨੂੰ ਅੰਦਰ ਲੈ ਜਾ ਸਕਦੇ ਹਾਂ, ਉਹਦੇ ਲਈ ਏਰੀਆ ਵੱਧ ਜਾਂਦਾ ਹੈ। ਸਿਮਿਲਰਲੀ ਜਦੋਂ ਪੇਟ ਪਰਦਾ ਉੱਪਰ ਵੱਲ ਨੂੰ ਜਾਂਦਾ ਹੈ ਤੇ ਪਸਲੀਆਂ ਅੰਦਰ ਵੱਲ ਨੂੰ ਆਉਂਦੀਆਂ ਨੇ, ਤਾਂ ਜੋ ਕਾਰਬਨ ਡਾਈਆਕਸਾਈਡ ਵਾਲੀ ਹਵਾ ਹੈ ਉਹ ਕੀ ਹੈ, ਬਾਡੀ ਤੋਂ ਬਾਹਰ ਆ ਜਾਂਦੀ ਹੈ। ਇਸ ਦਾ ਮਤਲਬ ਜੋ ਇਹ ਪਾਰਦਰਸ਼ੀ ਸ਼ੀਟ ਹੈ ਇਹਦਾ ਕੰਮ ਕੀ ਸੀ? ਪੇਟ ਪਰਦੇ ਦਾ। ਗੁਬਾਰਿਆਂ ਦਾ ਕੰਮ ਕੀ ਸੀ? ਗੁਬਾਰੇ ਇੱਥੇ ਅਸੀਂ ਲੰਗਸ ਨੂੰ ਦਰਸਾਇਆ ਹੈ। तो इस तरह ये साडी साह क्रिया जो है वो हुंदी है कि फेफड़े साडे दो हुंदे ने, लंग्स दो हुंदे ने, लैफ्ट और राइट। ठीक है, तो मैं तुहानूं चंगी तरह दसता भी किवें किवें गति करते हैं। पेट भरदा डायाफ्राम, जदों असीं साह अंदर लैके जाते हैं उदों हेठां वल नूं, ते जदों बाहर कढदे उदों उपर वल नूं। पसलियां जदों असीं साह अंदर लैके जाते हैं तो बाहर वल नूं आउटवर्ड्स जांदियां ने, ते जदों असीं साह नूं बाहर कढना हुंदा उदों इनवर्ड जिहड़ी हैगी है उन्हां दी गति हुंदी है। ठीक है बच्चों, तुहाडे सारिआं कोले बुक्स ने, तुसीं बुक्स तो इस चैप्टर नूं इत्थों तक चंगी तरह रीड करना है, समझना है। जे कोई डाउट होया तो आपां नैक्सट वीडियो मतलब तुसीं मेरे तो पुछ सकदे हो। बाकी जो नैक्सट